ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਮਦ ਦੀ ਯਾਦ ਵਿੱਚ ਮਾਛੀਵਾੜਾ ਦੀ ਇਤਿਹਾਸਿਕ ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿਬ ਵਿਖੇ ਲੱਗਦਾ 3 ਦਿਨਾਂ ਜੋੜ ਮੇਲਾ ਅੱਜ ਸਵੇਰੇ ਅਖੰਡ ਪਾਠਾਂ ਦੀ ਲੜੀ ਨਾਲ ਸ਼ੁਰੂ ਹੋਇਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਪੁੱਜੇ ਅਤੇ ਸੰਗਤਾਂ ਵੱਲੋਂ ਗੁਰੂ ਸਾਹਿਬ ਦੀਆਂ ਇਤਿਹਾਸਕ ਨਿਸ਼ਾਨੀਆਂ ਅਤੇ ਪਵਿੱਤਰ ਜੰਡ ਸਾਹਿਬ ਦੇ ਦਰਸ਼ਨ ਕੀਤੇ ਗਏ। ਜੋੜ ਮੇਲੇ ਤੇ ਆਈਆਂ ਸੰਗਤਾਂ ਲਈ ਸਾਦੇ ਲੰਗਰ ਵੀ ਲਗਾਏ ਗਏ। ਸ਼੍ਰੋਮਣੀ ਕਮੇਟੀ ਦੇ ਕਥਾਵਾਚਕ ਭਾਈ ਇਕਨਾਮ ਸਿੰਘ ਨੇ ਸੰਗਤਾਂ ਨੂੰ ਗੁਰੂ ਸਾਹਿਬ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ। ਰਿਪੋਰਟ ਜਨ ਕਲਿਆਣ ਟੀਵੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਮਕੌਰ ਦੀ ਗੱਡੀ ਤੋਂ ਚੱਲ ਕੇ ਝਾੜ ਸਾਹਿਬ ਤੋਂ ਹੁੰਦੇ ਹੋਏ ਮਾਛੀਵਾੜੇ ਸਾਹਿਬ ਪਹੁੰਚੇ। ਉਹਨਾਂ ਦੀ ਆਮਦ ਵਿੱਚ ਇਹ ਸਾਲਾਨਾ ਸਭਾ ਹਰ ਸਾਲ ਮਨਾਈ ਜਾਂਦੀ ਹੈ। ਇਹ ਅੱਜ ਗੁਰਦੁਆਰਾ ਝਾੜ ਸਾਹਿਬ ਤੋਂ ਨਗਰ ਕੀਰਤਨ ਸਵੇਰੇ 10:30 ਵਜੇ ਚੱਲ ਪਿਆ। ਉਹ ਸ਼ਾਮ ਨੂੰ ਅੱਜ 5 ਵਜੇ ਗੁਰਦੁਆਰਾ ਚਰਨ ਸਾਹਿਬ ਮਾਛੀਵਾੜਾ ਸਾਹਿਬ ਪਹੁੰਚੇਗਾ। ਇੱਥੇ ਹੀ ਸਵੇਰੇ ਧਾਰਮਿਕ ਦੀਵਾਨ ਸੱਜਣਗੇ। ਕੱਲ੍ਹ ਸਵੇਰੇ ਸ਼ੁਰੂ ਹੋ ਜਾਣਗੇ ਦੀਵਾਨ ਅਤੇ 24 ਤਰੀਕ ਸ਼ਾਮ ਤੱਕ ਚੱਲਣਗੇ। ਜੇ ਰਾਗੀ ਢਾਡੀ ਕਥਾਵਾਚਕ ਸਾਹਿਬ ਪ੍ਰਸਿੱਧ ਕਥਾਵਾਚਕ ਪਹੁੰਚ ਰਹੇ ਹਨ ਅਤੇ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸਰਾਂ ਦਾ ਪ੍ਰਬੰਧ ਕੀਤਾ ਗਿਆ ਜੀ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਟ੍ਰੈਫਿਕ ਦਾ ਪ੍ਰਸ਼ਾਸਨ ਨਾਲ ਸਾਰਾ ਮੇਲ ਮਿਲਾਪ ਕਰਕੇ ਉਹਨਾਂ ਦੇ ਸੰਬੰਧ ਵਿੱਚ ਟ੍ਰੈਫਿਕ ਦਾ ਕੰਟਰੋਲ ਕੀਤਾ ਗਿਆ ਵਾ। ਰਸਤਿਆਂ 'ਚ ਹਰ ਜਗ੍ਹਾ 'ਤੇ ਉਹਨਾਂ ਵਾਸਤੇ ਪਾਰਕਿੰਗ ਬਣਾਈ ਗਈ ਆ ਅਤੇ ਲੰਗਰ ਸੰਗਤਾਂ ਵੱਲੋਂ ਵੀ ਬਾਹਰ ਪਿੰਡਾਂ ਵਿੱਚੋਂ ਵੀ ਸੰਗਤਾਂ ਆਣ ਕੇ ਲੰਗਰ ਲਗਾਏ ਹੋਏ ਆ ਅਤੇ ਗੁਰਦੁਆਰਾ ਸਾਹਿਬ ਤੋਂ ਵੀ ਪ੍ਰਬੰਧ ਕੀਤੇ ਗਏ ਸਾਰੇ ਜੀ। ਸੰਗਤ ਨੂੰ ਕੀ ਮੈਸੇਜ ਕਰਨਾ ਚਾਹੁੰਦੇ ਹੋ ਤੁਸੀਂ ਵੀ? ਸੰਗਤਾਂ ਨੂੰ ਸਾਡੀ ਬੇਨਤੀ ਆ ਸ਼ਰਧਾ ਭਾਵਨਾ ਨਾਲ ਆਉਣ ਅਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਇਹ ਮਾਛੀਵਾੜੇ ਦੇ ਜੰਗਲਾਂ 'ਚ ਆਣ ਕੇ ਗੁਰੂ ਸਾਹਿਬ ਨੇ ਇੱਥੇ ਟਿੰਡ ਦਾ ਸਰਾਣਾ ਲੈ ਕੇ ਰਾਤ ਠਹਿਰੇ ਸਨ। ਉਹਨਾਂ ਦੀ ਆਮਦ ਮੁੱਖ ਰੱਖਦੇ ਹਾਂ ਇਹ ਸਮਾਗਮ। ਬਾਦਸ਼ਾਹ ਦਰਵੇਸ਼ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਚੋਜੀ ਪ੍ਰੀਤਮ ਸਰਬੰਸਦਾਨੀ ਸਤਿਗੁਰੂ ਤਖਤਾਂ ਤਾਜਾਂ ਦੇ ਮਾਲਕ ਧੰਨ 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 ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਜਿਨ੍ਹਾਂ ਦੀ ਪਾਵਨ ਧਰਤੀ 'ਤੇ ਸਾਲਾਨਾ ਜੋੜ ਮੇਲ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਆਰੰਭਤਾ ਵਿੱਚ ਹਾਜ਼ਰੀ ਲਵਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸੰਖੇਪ ਇਤਿਹਾਸ ਆਓ ਜਾਣੀਏ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਦੇ ਉਪਰੰਤ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ। ਉਸ ਦੇ ਉਪਰੰਤ ਸਤਿਗੁਰੂ ਜੀ ਵੱਡੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਸ਼੍ਰੀ ਚਮਕੌਰ ਸਾਹਿਬ ਦੀ ਗੜੀ ਵਿੱਚ ਆ ਕੇ 7 ਪੋਹ ਦੀ ਰਾਤ ਨੂੰ ਟਿਕੇ। ਵਿਦਵਾਨ ਕਹਿੰਦਾ ਕੁਝ ਸੋਗ ਹੈ ਖਾਕ ਪੇ ਜੀ ਪੋਸ਼ ਵਿਛਾਕਰ, ਪਹਿਰਾ लगे देने कई तलवार उठाकर, गोविंद भी शाबाश हुए खेमे में जाकर, देखा तो वहाँ बैठे हैं गर्दन को झुकाकर, वाहिगुरु वाहिगुरु है मुँह से निकलता, हैं तू ही तू मुँह से निकलता। सतगुरु इत्थे भी सराणे वाले पासे अपने साहिबजादियां दे बैठे हुए अकाल पुरख नूं तू पुकार रहे ने कि तेरी रजा विच है जो कुछ भी है। सतगुरु अगली सवेर फिर 10 लाख सैना का मुकाबला करने वास्ते 40 ਸਿੰਘਾਂ ਨੂੰ हिम्मत बख्शते ने, ताकत बख्शते ने और जथे बना के वारों वार तोड़ते ने। लोड़ पैण ते बाबा अजीत सिंह ने भी आके आग्ञा मंगी है, महाराज मैं भी मैदाने जंग में जाके शहादत का जाम पीना। गुरु महाराज जी बड़े गुरु सवारियों चढ़दी कला नाल पुत्र नूं भी मैदान विच साहिबजादे नूं भेज रहे हैं। सच्चे पातशाह गुरदेव पिता दे सामने अखां दे बाबा अजीत सिंह शहादत का जाम पी गए। बड़ी चढ़दी कला विच महाराज जी ने जकारे की गूंज विच प्रवानगी दी। छोटे ने आके बाबा जुझार सिंह ने आग्ञा मंग लई सच्चे पातशाह पासों। गुरदेव पिता सतगुरु ने आप कमर कस्सा करके बाबा जुझार सिंह नूं भी मैदान विच तोरिया। इदां उधरों दिन ढल गया, इधरों शहादतां दोवां साहिबजादियां दियां होईयां। सतगुरु जी की हजूरी विच गिणती दे सिंह रह गए। गुरदेव पिता रात के नितनेम के उपरंत कहन लगे, खालसा जी कल नूं मैं भी शहादत का जाम पीवांगा। ये शहादत प्रवानगी दिवाउंदी है अकाल पुरख के चरणों विच। खालसे ने बेनती की, महाराज आप जी की जिंद जान साडे लई इमानत है। सच्चे पातशाह तुहाडा बचना बहुत जरूरी है। अजे पंथ के कई कारज हैं जिहड़े तुसीं संपूर्ण करने हैं। कलगीधर पातशाह नूं पहलां बेनती रूप विच किया,
ਫਿਰ ਪੰਜਾਂ ਪਿਆਰਿਆਂ ਨੂੰ ਹੁਕਮ ਕੀਤਾ। ਜਦੋਂ ਹੁਕਮ ਕੀਤਾ ਫਿਰ ਸਤਿਗੁਰੂ ਜੀ ਨੇ ਸਿਰ ਮੱਥੇ ਮੰਨਿਆ, ਕਿਉਂਕਿ ਆਪ ਮਰਜ਼ਾਦਾ ਬੰਨੀ ਸੀ ਕਿ ਪੰਜਾਂ ਪਿਆਰਿਆਂ ਵਿੱਚ ਆਪ ਮੁਰਸ਼ਿਦ ਵਰਤਦਾ, ਪਰਮੇਸ਼ਰ ਵਰਤਦਾ। ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ, ਜਿੱਥੇ ਪੰਜ ਉੱਥੇ ਪਰਮੇਸ਼ਰ ਵਰਤਦਾ। ਇਸ ਕਰਕੇ ਕਲਗੀਧਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਮੈਂ ਛੁਪ ਕੇ ਨਹੀਂ ਜਾਵਾਂਗਾ, ਮੈਂ ਦੁਸ਼ਮਣ ਨੂੰ ਵੰਗਾਰ ਕੇ ਜਾਵਾਂਗਾ। ਗੁਰਦੇਵ ਪਿਤਾ ਨੇ ਅੱਧੀ ਰਾਤ ਫਿਰ ਇਸ ਅਸਥਾਨ ਤੋਂ ਚਾਲੇ ਪਾਉਣ ਵੇਲੇ ਗੁਰੂ ਸਵਾਰਿਓ ਭਾਈ ਸੰਗਤ ਸਿੰਘ ਨੂੰ ਆਪਣੀ ਕਲਗੀ ਤੇ ਜਿਗਾ ਪਹਿਨਾ ਕੇ ਬੜੇ ਸਤਿਕਾਰ ਸਹਿਤ ਆਪਣੀਆਂ ਜੋ ਕੀਮਤੀ ਵਸਤੂਆਂ ਸਨ ਦੇ ਕੇ ਇੰਨੀ ਚੜ੍ਹਦੀ ਕਲਾ ਦੇ ਨਾਲ ਸਤਿਗੁਰੂ ਜੀ ਉੱਥੋਂ ਤਾੜੀ ਮਾਰ ਕੇ ਤਿੰਨਾਂ ਸਿੱਖਾਂ ਨੂੰ ਨਾਲ ਲੈ ਕੇ ਚਾਲੇ ਪਾਏ। ਆਪਾਂ ਸੰਖੇਪ ਇਤਿਹਾਸ ਵਿਚਾਰ ਰਹੇ ਹਾਂ। ਸਤਿਗੁਰੂ ਗੁਰਦੁਆਰਾ ਝਾੜ ਸਾਹਿਬ ਤੋਂ ਹੁੰਦੇ ਹੋਏ ਝਾੜ ਦੇ ਹੇਠਾਂ ਕੁਝ ਘੜੀਆਂ ਆਰਾਮ ਕੀਤਾ। ਇੱਥੇ ਵੀ ਇੱਕ ਪੀਰ ਅੱਲਾ ਦੀ ਮੁਹੱਬਤ ਵਾਲੇ ਨੇ ਨੂਰਾਨੀ ਸਰੂਪ ਮਹਾਰਾਜ ਜੀ ਦਾ ਦੇਖ ਕੇ ਦਰਸ਼ਨ ਕਰਕੇ ਜਨਮ ਸਫਲਾ ਕੀਤਾ। ਇੱਥੋਂ ਸਤਿਗੁਰੂ ਫਿਰ ਚੱਲ ਕੇ ਜਿਸ ਅਸਥਾਨ ਤੇ ਅੱਜ ਆਪਾਂ ਆਰੰਭਤਾ ਹੋਈ ਹੈ ਸਾਲਾਨਾ ਜੋੜ ਮੇਲ ਦੀ, ਕਲਗੀਧਰ ਪਾਤਸ਼ਾਹ ਦੀ ਆਮਦ ਦੇ ਸੰਬੰਧ ਵਿੱਚ ਵਿਸ਼ੇਸ਼ ਦੀਵਾਨ ਸਜ ਰਹੇ ਹਨ। ਸ਼੍ਰੀ ਅਖੰਡ ਪਾਠ ਸਾਹਿਬ ਆਯੋਜਿਤ ਹੋਏ ਹਨ, ਸੰਗਤਾਂ ਲਾਹੇ ਲੈ ਰਹੀਆਂ ਹਨ, ਕਈ ਦਿਨਾਂ ਤੋਂ ਦੀਵਾਨ ਸਜ ਰਹੇ ਹਨ। ਅੱਜ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਝਾੜ ਸਾਹਿਬ ਤੋਂ ਗੁਰਦੁਆਰਾ ਚਰਨ ਕਮਲ ਸਾਹਿਬ ਤੱਕ ਸੰਪੂਰਨ ਹੋਣਾ ਹੈ। ਗੁਰੂ ਸਵਾਰਿਓ ਸਾਹਮਣੇ ਖੂਹ ਸਾਹਿਬ ਹੈ, ਉਹ ਨਿਸ਼ਾਨੀ ਜਿੱਥੋਂ ਸਤਿਗੁਰੂ ਨੇ ਆ ਕੇ ਜਲ ਛਕਿਆ। ਉੱਥੋਂ ਖੂਹ ਦੀ ਟਿੰਡ ਲੈ ਕੇ ਜਿਸ ਹਰੇ ਭਰੇ ਜੰਡ ਸਾਹਿਬ ਦਾ ਆਪਾਂ ਦਰਸ਼ਨ ਕਰ ਰਹੇ ਹਾਂ, ਇੱਥੇ ਸੱਚੇ ਪਾਤਸ਼ਾਹ ਨੇ ਆਰਾਮ ਕੀਤਾ। ਗੁਰਦੇਵ ਪਿਤਾ ਆਪਣੇ ਹੱਥ ਵਿੱਚ ਸ਼ਮਸ਼ੀਰ ਲੈ ਕੇ ਨੰਗੀ, ਇਸ ਨੂੰ ਕਲਮਬੰਦ ਕੀਤਾ ਗਿਆ। ਹੱਥ ਵਿੱਚ ਸ਼ਮਸ਼ੀਰ ਨੂੰ ਲੈ ਕੇ, ਦਿਲ ਵਿੱਚ ਪੰਥ ਦੀ ਪੀੜ ਨੂੰ ਲੈ ਕੇ, ਸੁੱਤਾ ਰੱਖ ਕੇ ਟਿੰਡ ਸਰਾਣੇ, ਮੈਂ ਵਾਰ ਕੇ ਆਇਆ ਤੇਰੇ ਭਾਣੇ, ਅਜੀਤ ਜੁਝਾਰ ਨੇ ਪਾਏ ਸ਼ਹੀਦੀ ਬਾਣੇ। ਇਸ ਜੰਡ ਸਾਹਿਬ ਦੇ ਹੇਠਾਂ ਮਹਾਰਾਜ ਨੇ ਆਰਾਮ ਕੀਤਾ। ਗੁਰੂ ਸਵਾਰਿਓ ਅੰਮ੍ਰਿਤ ਵੇਲੇ ਫਿਰ ਇਹ ਗੁਰਸਿੱਖ ਤਿੰਨੇ ਆ ਕੇ ਜਦੋਂ ਮਹਾਰਾਜ ਨੂੰ ਮਿਲੇ, ਜਦੋਂ ਤੌਖਲਾ ਜ਼ਾਹਰ ਕੀਤਾ, ਦਰਦ ਵੰਡਿਆ, ਮਹਾਰਾਜ ਤੁਹਾਡੇ ਤਾਂ ਪੈਰਾਂ ਵਿੱਚ ਸ਼ੂਲਾਂ ਚੁੱਭੀਆਂ ਨੇ, ਖੂਨ ਸਿਮਰਿਆ। ਸੱਚੇ ਪਾਤਸ਼ਾਹ ਨੇ ਉਸ ਸਮੇਂ ਕਿਹਾ, ਦਇਆ ਸਿੰਘ ਮੇਰੇ ਹਿਰਦੇ ਵਿੱਚ ਅਜੇ ਵੀ ਚੜ੍ਹਦੀ ਕਲਾ ਹੈ। ਉਸ ਚੜ੍ਹਦੀ ਕਲਾ ਨੂੰ ਬਿਆਨ ਕਰਨ ਵਾਸਤੇ ਮਹਾਰਾਜ ਜੀ ਨੇ ਇਹ ਸ਼ਬਦ ਅੰਮ੍ਰਿਤ ਵੇਲੇ ਗਾਇਆ, ਖਿਆਲ ਪਾਤਸ਼ਾਹੀ ਦਸਵੀਂ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬੇਂਗ ਕਸਾਈਆਂ ਦਾ ਸਹਿਣਾ, ਜਾਰੜੇ ਦਾ ਸਾਨੂੰ ਸਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਕਲਗੀਧਰ ਪਾਤਸ਼ਾਹ ਨੇ ਇਸ ਜੰਡ ਸਾਹਿਬ ਹੇਠਾਂ ਆਰਾਮ ਕੀਤਾ। ਪਿਆਰ ਵਾਲੇ ਭਾਈ ਪੰਜਾਬੇ ਤੇ ਗੁਲਾਬੇ ਦੇ ਨੌਕਰ ਨੇ ਦੂਰ ਤੋਂ ਦੇਖਿਆ, ਘਰੇ ਜਾ ਕੇ ਦੱਸਿਆ ਕਿ ਆਪਣੇ ਬਾਗ ਵਿੱਚ ਆਪ ਅੱਲਾ ਦਾ ਨੂਰ ਕਲਗੀਧਰ ਪਾਤਸ਼ਾਹ ਆਏ ਹਨ। ਉਹ ਉਸੇ ਵੇਲੇ ਦੁੱਧ ਤਿਆਰ ਕਰਕੇ ਗੁਰੂ ਪਾਤਸ਼ਾਹ ਦੇ ਛਕਣ ਵਾਸਤੇ ਛੁਹਾਰੇ ਪਾ ਕੇ, ਸ਼ੱਕਰ ਪਾ ਕੇ, ਦੁੱਧ ਲਿਆ ਕੇ ਗੁਰੂ ਪਾਤਸ਼ਾਹ ਨੂੰ ਆ ਕੇ ਜਦੋਂ ਮਿਲੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨ ਪਰਸੇ। ਗੁਰਦੇਵ ਪਿਤਾ ਸਤਿਗੁਰੂ ਜੀ ਨੂੰ ਉਸੇ ਵੇਲੇ ਬੇਨਤੀ ਕਰਨ ਲੱਗੇ, ਚੱਲੋ ਹੁਣੇ ਘਰੇ ਚੱਲੀਏ, ਲੰਗਰ ਪਾਣੀ ਦੀ ਸੇਵਾ ਹੋਵੇ। ਗੁਰਦੇਵ ਕਹਿਣ ਲੱਗੇ, ਨਹੀਂ ਅੱਜ ਸਾਰਾ ਦਿਨ ਇੱਥੇ ਰਹਿਣਾ, ਕਿਉਂਕਿ ਮੁਸਲਮਾਨਾਂ ਦਾ ਇਹ ਨਗਰ ਸੀ। ਗੁਰਦੇਵ ਕਹਿੰਦੇ ਰਾਤ ਨੂੰ ਹਨੇਰੇ ਵਿੱਚ ਚੱਲਾਂਗੇ। ਸ਼ਾਮ ਦਾ ਨਿਤਨੇਮ ਇਸੇ ਖੂਹ ਸਾਹਿਬ ਤੇ ਮਹਾਰਾਜ ਜੀ ਨੇ ਕੀਤਾ ਔਰ ਇਸ ਅਸਥਾਨ ਨੂੰ ਸੱਚੇ ਪਾਤਸ਼ਾਹ ਨੇ ਭਾਗ ਲਾਏ। ਗੁਰੂ ਸਵਾਰਿਓ ਵਿਦਵਾਨ ਨੇ ਕਲਗੀਧਰ ਪਾਤਸ਼ਾਹ ਦੇ ਸਾਨੂੰ ਦਰਸ਼ਨ ਕਰਾਉਣ ਦਾ ਯਤਨ ਕੀਤਾ ਹੈ। ਇਹਨਾਂ ਸਤਰਾਂ ਦੇ ਅੰਦਰ ਲੇਟਿਆ ਹੈ ਆਣ ਕੋਈ ਸੁੰਦਰ ਜਵਾਨ ਯੋਧਾ, ਲੇਟਿਆ ਹੈ ਆਣ ਕੋਈ ਸੁੰਦਰ ਜਵਾਨ ਯੋਧਾ, ਕਾਣ ਹੈ ਨਾ ਜਿਹਨੂੰ ਕਿਸੇ ਖੜੀ ਪਾਤਸ਼ਾਹੀ ਦੀ, ਆਨੰਦਪੁਰ ਦਾ ਵਾਸੀ ਕਰੇ ਜੰਗਲਾਂ ਨੂੰ ਹਾਸੀ ਪਿਆ, ਕੰਡਿਆਂ ਦੀ ਸੇਜ ਜਾਣੇ ਮਖਮਲ ਵਿਛਾਈ ਜੀ, ਹੱਥ ਵਿੱਚ ਸ਼ਮਸ਼ੀਰ ਨੰਗੀ, ਪਿਆਸੀ ਨਹੀਂ ਹੈ ਖੂਨ ਦੀ, ਇਹਦੇ ਵਿੱਚ ਲਿਸ਼ਕ ਹੈ ਜੱਗ ਦੀ ਭਲਾਈ ਦੀ, ਨਿਰਭਉ ਨਿਰਵੈਰ ਮੱਥੇ ਉੱਤੇ ਲਿਖਿਆ, ਚਿਹਰਾ ਹੈ ਕਿਤਾਬੇ ਨੂਰ ਪਾਕ ਪਾਤਸ਼ਾਹੀ ਦੀ। ਤੇ ਉਸ ਸਮੇਂ ਫਿਰ ਵਿਦਵਾਨ ਕਹਿੰਦਾ, ਭਾਗਾਂ ਵਾਲੀ ਨਦੀਏ ਕਿਨਾਰੇ ਤੇਰੇ ਕੌਣ ਆਵੇ, ਨਾ ਹੋ ਅਲਬੇਲੀ ਪਹਿਚਾਨ ਕੋਈ ਚਾਹੀਦੀ, ਸਹਿਜੇ ਜਾਈ ਨਾ ਜਗਾਈ, ਹੁਣੇ ਅੱਖ ਲੱਗੀ ਮੇਰੇ ਬਾਜਾਂ ਵਾਲੇ ਮਾਹੀ ਦੀ, ਹੁਣੇ ਅੱਖ ਲੱਗੀ ਮੇਰੇ ਬਾਜਾਂ ਵਾਲੇ ਮਾਹੀ ਦੀ। ਐਸੇ ਦੀਨ ਦਿਆਲ ਪਾਤਸ਼ਾਹ ਸਤਿਗੁਰੂ ਜੀ ਚੜ੍ਹਦੀ ਕਲਾ ਵਿੱਚ ਸਨ। ਠੀਕ ਹੈ, ਪਰਿਵਾਰ ਵਿਛੜ ਗਿਆ, ਨਿਰਮੋਹ ਸਨ ਸਤਿਗੁਰੂ।
ਔਰ ਨਵੇਕਲੇ ਪੂਰਨੇ ਪਾਉਣ ਵਾਲੇ ਸਤਿਗੁਰੂ ਭਾਈ ਪੰਜਾਬੇ ਤੇ ਗੁਲਾਬੇ ਦੇ ਘਰ ਚਰਨ ਪਾਉਂਦੇ ਨੇ ਚੁਬਾਰਾ ਸਾਹਿਬ ਵਿਖੇ, ਜਿੱਥੇ ਉਹ ਮੱਟ ਵੀ ਅੱਜ ਨਿਸ਼ਾਨੀ ਪਈ ਹੈ, ਜਿਸ ਵਿੱਚ ਕੱਪੜੇ ਰੰਗੇ ਗਏ ਸਨ, ਬਸਤਰ ਰੰਗੇ ਗਏ ਸਨ ਗੁਰੂ ਪਾਤਸ਼ਾਹ ਵੱਲੋਂ। ਗੁਰੂ ਸਵਾਰਿਓ, ਭਾਈ ਪੰਜਾਬੇ ਤੇ ਗੁਲਾਬੇ ਦੇ ਘਰ ਜਦੋਂ ਸਤਿਗੁਰੂ ਠਹਿਰੇ, ਗੁਰਦੇਵ ਪਿਤਾ ਨੇ ਆਪ ਕਿਹਾ, ਭਾਈ ਨਿਹਾਲੇ ਖੱਤਰੀ ਦੀ ਮਾਂ ਮਾਤਾ ਹਰਦਈ ਨੂੰ ਬੁਲਾਓ। ਉਹ ਹਰ ਸਾਲ ਬਸਤਰ ਲੈ ਕੇ ਆਨੰਦਪੁਰ ਸਾਹਿਬ ਪਹੁੰਚਦੀ ਸੀ, ਆਪਣੇ ਹੱਥੀਂ ਕੱਪੜਾ ਤਿਆਰ ਕਰਦੀ ਸੀ। ਉਸ ਦੀ ਭਾਵਨਾ ਨੂੰ ਪੂਰੇ ਕਰਨ ਵਾਸਤੇ ਬੁਲਾਇਆ। ਉਸਨੇ ਬਸਤਰ ਥਾਨ ਭੇਟ ਕੀਤੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਉਸ ਦਾ ਜਨਮ ਸਫਲਾ ਕੀਤਾ। ਸੇਵਾ ਉਸ ਦੀ ਲੇਖੇ ਵਿੱਚ ਪਈ। ਇੱਥੇ ਹੀ ਭਾਈ ਗਨੀ ਖਾਂ ਤੇ ਨਬੀ ਖਾਂ ਘੋੜਿਆਂ ਦੇ ਵਪਾਰੀ ਬੇਨਤੀ ਕਰਨ ਆਏ, ਮਹਾਰਾਜ ਸਾਡੇ ਘਰ ਵੀ ਚਰਨ ਪਾਓ। ਜਦੋਂ ਗੁਰਦੇਵ ਪਿਤਾ ਨੇ ਫਿਰ ਭਾਈ ਗਨੀ ਖਾਂ ਨਬੀ ਖਾਂ ਦੇ ਘਰ ਪਨਾਹ ਲਈ, ਉਧਰੋਂ ਮਨਿਆਦੀ ਹੋ ਰਹੀ ਗਲੀ ਵਿੱਚ ਗੁਰੂ ਗੋਬਿੰਦ ਸਿੰਘ ਸਰਕਾਰ ਦਾ ਬਾਗੀ ਹੈ, ਉਹਨੂੰ ਘਰੇ ਕੋਈ ਨਾ ਰੱਖੇ, ਪਰ ਇਹ ਪਨਾਹ ਦੇ ਰਹੇ ਨੇ, ਇਹ ਥਾਂ ਦੇ ਰਹੇ ਨੇ ਮਹਾਰਾਜ ਨੂੰ ਤੇ ਸੇਵਾ ਕਰ ਰਹੇ ਨੇ। ਕਿਉਂਕਿ ਸਮੇਂ ਦੀ ਸਰਕਾਰ ਨੇ ਦੇਖਿਆ ਸੀ ਭਾਈ ਸੰਗਤ ਸਿੰਘ ਦਾ ਕੱਟਿਆ ਹੋਇਆ ਕਲਗੀ ਵਾਲਾ ਸੀਸ ਜਦੋਂ ਸੂਬਾ ਸਰਹੰਦ ਦੇ ਪੇਸ਼ ਹੋਇਆ, ਕਹਿਣ ਲੱਗਾ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨਹੀਂ ਹਨ, ਉਹ ਤੁਹਾਡੇ ਕੋਲੋਂ ਚੱਕਮਾ ਦੇ ਕੇ ਕਿਤੇ ਨਾ ਕਿਤੇ ਚਲੇ ਗਏ ਹੋਣਗੇ। ਉਹਨਾਂ ਨੂੰ ਪਕੜਨਾ ਬਹੁਤ ਜ਼ਰੂਰੀ ਹੈ, ਉਹਨਾਂ ਨੂੰ ਕੈਦ ਕਰਨਾ ਬਹੁਤ ਜ਼ਰੂਰੀ ਹੈ। ਔਰੰਗਜ਼ੇਬ ਦਾ ਹੁਕਮ ਹੈ ਔਰ ਸਖਤੀ ਹੋ ਗਈ, ਤੇ ਜਦੋਂ ਸਖਤੀ ਹੋ ਗਈ ਬਹੁਤ ਪਹਿਰੇ ਲੱਗ ਗਏ। ਉਸ ਸਮੇਂ ਫਿਰ ਭਾਈ ਗਨੀ ਖਾਂ ਨੇ ਬੇਨਤੀ ਕੀਤੀ, ਮਹਾਰਾਜ ਆਓ, ਤੁਹਾਨੂੰ ਅਸੀਂ ਆਪਣੇ ਉੱਚ ਦੇ ਪੀਰ ਬਣਾ ਕੇ ਅਗਲੇ ਸਫ਼ਰ ਵਿੱਚ ਲੈ ਕੇ ਚੱਲਦੇ ਹਾਂ। ਗੁਰਦੇਵ ਪਿਤਾ ਨੇ ਉਹਨਾਂ ਦੀ ਬੇਨਤੀ ਮੰਨ ਕੇ ਨੀਲੇ ਬਸਤਰ ਪਹਿਨੇ ਔਰ ਕੇਸ ਪਿੱਛੇ ਨੂੰ ਵਾਹ ਕੇ ਸੋਹਣੇ ਪਲੰਘ ਤੇ ਸਤਿਗੁਰੂ ਨੂੰ ਬਿਰਾਜਮਾਨ ਕੀਤਾ ਗਿਆ। ਅੱਗੇ ਭਾਈ ਗਨੀ ਖਾਂ ਨਬੀ ਖਾਂ, ਪਿੱਛੇ ਭਾਈ ਦਇਆ ਸਿੰਘ ਤੇ ਧਰਮ ਸਿੰਘ ਲੱਗੇ। ਭਾਈ ਮਾਨ ਸਿੰਘ ਨੇ ਚੌਰ ਸਾਹਿਬ ਕੀਤਾ ਔਰ ਗੁਰਦੇਵ ਪਿਤਾ ਨੂੰ ਜਦੋਂ ਮਾਛੀਵਾੜੇ ਤੋਂ ਬਾਹਰ ਉੱਚ ਦਾ ਪੀਰ ਬਣਾ ਕੇ ਲੈ ਕੇ ਤੁਰੇ ਨਾ, ਤੇ ਗੁਰੂ ਸਵਾਰਿਓ ਅੱਗੇ ਦਿਲਾਵਰ ਖਾਨ ਨੇ ਨਾਕਾਬੰਦੀ ਕੀਤੀ ਸੀ। ਉਸਨੇ ਰੋਕਿਆ, ਕਿਤੇ ਭੇਸ ਵਟਾ ਕੇ ਗੁਰੂ ਨਾ ਚਲਿਆ ਜਾਏ। ਉਸ ਸਮੇਂ ਫਿਰ ਇੱਥੇ ਸਵਾਰੀ ਨੂੰ ਰੋਕਿਆ ਗਿਆ ਤੇ ਗਨੀ ਖਾਂ ਨੇ ਸ਼ਰਧਾ ਪ੍ਰਗਟ ਕੀਤੀ ਹੈ, ਸਾਡੇ ਉੱਚ ਦੇ ਪੀਰਨ ਸਾਨੂੰ ਅੱਗੇ ਜਾਣ ਦਿਓ। ਕਹਿਣ ਲੱਗਾ ਨਹੀਂ, ਸ਼ਨਾਖਤ ਕਰਾਂਗਾ। ਨੂਰਪੁਰ ਦਾ ਨੂਰ ਮੁਹੰਮਦ ਕਾਜੀ ਬੁਲਾਇਆ ਗਿਆ, ਉਸਨੇ ਸ਼ਨਾਖਤ ਕੀਤੀ, ਇਹ ਉੱਚ ਦੇ ਪੀਰ ਨੇ, ਇਹਨਾਂ ਨੂੰ ਅੱਗੇ ਜਾਣ ਦਿਓ। ਉਸ ਸਮੇਂ ਫਿਰ ਗੁਰੂ ਸਵਾਰਿਓ ਇਸ ਪੀਰ ਨੇ ਪਿਆਰ ਸਤਿਕਾਰ ਨਾਲ ਕਾਜੀ ਨੇ ਆ ਕੇ ਕਿਹਾ, ਦਿਲਾਵਰ ਖਾਂ ਕੋਈ ਸ਼ਰਾਪ ਨਾ ਲੈ ਲਵੀਂ, ਸਤਿਗੁਰੂ ਨੂੰ ਅੱਗੇ ਜਾਣ ਦਿਓ, ਸਵਾਰੀ ਅੱਗੇ ਜਾਣ ਦਿਓ। ਇਹਨੇ 500 ਮੋਹਰਾਂ ਰੱਖ ਕੇ ਖਿਮਾ ਮੰਗੀ ਔਰ ਕਲਗੀਧਰ ਪਾਤਸ਼ਾਹ ਨੂੰ ਅੱਗੇ ਰਵਾਨਾ ਕਰਨ ਵਾਸਤੇ ਗਿਆ। ਇਹ 4 ਅਸਥਾਨ ਹਨ ਗੁਰੂ ਸਵਾਰਿਓ, ਗੁਰਦੁਆਰਾ ਚਰਨ ਕਮਲ ਸਾਹਿਬ, ਗੁਰਦੁਆਰਾ ਚੁਬਾਰਾ ਸਾਹਿਬ, ਗੁਰਦੁਆਰਾ ਭਾਈ ਗਨੀ ਖਾਂ ਨਬੀ ਖਾਂ, ਗੁਰਦੁਆਰਾ ਕਿਰਪਾਨ ਭੇਟ। ਇਹ 4 ਅਸਥਾਨਾਂ ਤੇ ਕਲਗੀਧਰ ਪਾਤਸ਼ਾਹ ਨੇ ਆਪਣੇ ਚਰਨ ਪਾਏ ਹਨ। ਅੱਜ ਤੋਂ ਗੁਰੂ ਸਵਾਰਿਓ ਇਹ ਮਹਾਨ ਜੋੜ ਮੇਲ ਸਮਾਗਮ ਪ੍ਰਾਰੰਭ ਹੋ ਗਏ ਹਨ। ਸਤਿਗੁਰੂ ਦਾ ਜਿਹੜਾ ਸਫ਼ਰ ਹੈ ਉਹ ਕਦਮਾਂ ਨਾਲ ਹੈ, ਪਰ ਅੱਜ ਸੋਹਣੀ ਸੁੰਦਰ ਸਜੀ ਹੋਈ ਪਾਲਕੀ ਦੇ ਵਿੱਚ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਰਾਜਮਾਨ ਕਰਕੇ ਇਹ ਨਗਰ ਕੀਰਤਨ ਗੁਰਦੁਆਰਾ ਝਾੜ ਸਾਹਿਬ ਤੋਂ ਇੱਥੇ ਤੱਕ ਸ਼ਾਮ ਨੂੰ ਪਹੁੰਚੇਗਾ। ਇੱਥੋਂ ਗੁਰਦੁਆਰਾ ਕਿਰਪਾਨ ਭੇਟ ਤੱਕ 24 ਤਰੀਕ ਨੂੰ ਮਹਾਨ ਨਗਰ ਕੀਰਤਨ ਸਜਾਏ ਜਾ ਰਹੇ ਹਨ। ਪੂਰੇ ਸ਼ਹਿਰ ਦੇ ਵਿੱਚ ਦੀ ਹੁੰਦੇ ਹੋਏ ਕੀਰਤਨ ਕਰਦੀਆਂ ਹੋਈਆਂ ਸੰਗਤਾਂ ਹਾਜ਼ਰੀਆਂ ਭਰਨਗੀਆਂ। ਸੋ ਆਓ, ਅੱਜ ਵੀ ਕੱਲ ਵੀ ਇਸੇ ਪ੍ਰਕਾਰ ਪਰਸੋਂ ਵੀ 3 ਦਿਨ ਪਰਿਵਾਰਾਂ ਸਮੇਤ ਹਾਜ਼ਰੀਆਂ ਭਰੀਏ। 23 ਤਰੀਕ ਰਾਤ ਦੇ ਸਾਰੀ ਰਾਤ ਦੀਵਾਨ ਸਜਦੇ ਹਨ। ਪੰਥ ਦੇ ਪ੍ਰਸਿੱਧ ਢਾਡੀ ਜਥੇ, ਰਾਗੀ ਜਥੇ, ਪ੍ਰਚਾਰਕ ਸਾਹਿਬਾਨ ਗੁਰੂ ਜਸ ਸਰਵਣ ਕਰਾਉਂਦੇ ਹਨ। 24 ਤਰੀਕ ਨੂੰ ਵਿਸ਼ਾਲ ਨਗਰ ਕੀਰਤਨ ਪੰਜਾਂ ਪਿਆਰਿਆਂ ਦੀ ਯੋਗ ਅਗਵਾਈ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸਜਾਏ ਜਾ ਰਹੇ ਹਨ। ਸ਼ਾਮਲ ਹੋ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਦਾ ਪਿਆਰ ਮਾਣੀਏ। ਜਿਨ੍ਹਾਂ ਨੇ ਅੰਮ੍ਰਿਤ ਛਕਿਆ ਭਾਗਾਂ ਵਾਲੇ ਹੋ, ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਬੇਨਤੀ ਹੈ ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ। ਨੌਜਵਾਨ ਬੱਚਿਆਂ ਨੂੰ ਤੇ ਬੇਨਤੀ ਕਰਾਂਗਾ, ਬਾਣੀ ਪੜ੍ਹੀਏ, ਨਿਤਨੇਮੀ ਹੋਈਏ, ਦਸਤਾਰਾਂ ਸੋਹਣੀਆਂ ਸਿਰਾਂ ਤੇ ਸਜਾਈਏ। ਕਲਗੀਧਰ ਪਾਤਸ਼ਾਹ ਨੇ ਸਾਡੇ ਲਈ ਸਰਬੰਸ ਵਾਰਿਆ ਔਰ ਧਰਮ ਦੇ ਵਿੱਚ ਇੱਦਾਂ ਪ੍ਰਪੱਕ ਹੋਈਏ ਜਿਵੇਂ ਸਤਿਗੁਰੂ ਦੇ ਪੁੱਤਰ ਪ੍ਰਪੱਕ ਹੋਏ ਨੇ। ਇੱਕ ਗੱਲ ਕਹਾਂ, ਵਿਦਵਾਨ ਕਹਿੰਦਾ, ਗਰੀਬ ਤੋਂ ਗਰੀਬ ਮਾਪੇ ਦੁਨੀਆ ਤੇ ਪਏ ਨੇ, ਕਫਨੋਂ ਬਗੈਰ ਦੱਸ ਕਿਹਦੇ ਪੁੱਤ ਗਏ ਨੇ। ਕੇਵਲ ਕਲਗੀਧਰ ਪਾਤਸ਼ਾਹ ਨੇ ਜਿਨ੍ਹਾਂ ਦੇ 4 ਪੁੱਤਰ ਬਿਨਾਂ ਗੁਰੂ ਸਵਾਰਿਓ ਮੋਢਾ ਦੇਣ ਤੋਂ ਮਹਾਰਾਜ ਜੀ ਦੇ ਔਰ ਕਫਨ ਪਾਉਣ ਤੋਂ ਬਿਨਾਂ ਉਹਨਾਂ ਨੂੰ ਸੰਸਾਰ ਤੋਂ ਆਪਣੀਆਂ ਜਾਨਾਂ ਨਿਸ਼ਾਵਰ ਕਰਨੀਆਂ ਪਈਆਂ ਔਰ ਸ਼ਹਾਦਤਾਂ ਦੇ ਜਾਮ ਪੀਤੇ। ਆਓ
ਲਾਸਾਨੀ ਇਤਿਹਾਸ ਹੈ ਕਲਗੀਧਰ ਪਾਤਸ਼ਾਹ ਦਾ। ਗੁਰੂ ਕਿਰਪਾ ਕਰਨ ਸਮੁੱਚੇ ਚੈਨਲ ਵਾਲੇ ਗੁਰਮੁਖਾਂ ਦਾ, ਵੀਰਾਂ ਦਾ, ਸਾਰਿਆਂ ਦਾ ਧੰਨਵਾਦ। ਆਓ ਹਾਜ਼ਰੀਆਂ ਭਰ ਕੇ ਗੁਰੂ ਚਰਨਾਂ ਦਾ ਪਿਆਰ ਮਾਣੀਏ, ਭੁੱਲਾਂ ਦੀ ਮਾਫੀ ਬਖਸ਼ਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਵੀਂ ਤੋਂ ਨਵੀਂ ਕੋਈ ਨਿਊਜ਼ ਅਪਲੋਡ ਕਰੀਏ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ।